ਜਿਨ੍ਹਾਂ ਦੇ ਅੰਦਰ ਹੈ ਉਗਦੇ ਸੂਰਜਾਂ ਵਰਗਾ ਜੋਸ਼, ਜਿਨ੍ਹਾਂ ਦੇ ਅੰਦਰ ਹੈ ਆਸਮਾਨਾਂ ਜੱਡਾ ਜੇਰਾ, ਜਿਨ੍ਹਾਂ ਦੇ ਅੰਦਰ ਜਗਦੀ ਹੈ ਰਾਹ ਦਸੇਰੀ ਜੋਤ। ਆਓ ਮਿਲੀਏ ਉਹਨਾਂ ਹਸਤੀਆਂ ਨੂੰ। एक और नवे स्कूल की गल करांगे और एक नवे अपने अध्यापक साहबान जिन्हां दी कमिटमेंट दे नाल इस स्कूल ने पूरे स्टेट दे विच और पूरे देश दे विच पूरे मुल्क दे विच नाम कमाया, बल्कि विदेशों दे विच भी गल हुंदी है स्कूल दी। एक स्कूल है गवर्नमेंट एलीमेंट्री स्कूल जमनपुर इन डिस्ट्रिक्ट तरनतारन, जो इस स्कूल नूं वधिया बनाने दे लई जो जिम्मेवार हैं शख्सियतां वो अपने कोल मौजूद हैं। आम तौर ते आपां एक अध्यापक दा ही इंटरव्यू करदे हां एक स्कूल तो, पर अज असी इस स्कूल तो 3 अध्यापकों का इंटरव्यू कर रहे हैं। सब तो पहला तो सरदार गुरविंदर सिंह है जो कि थे ETT अध्यापक लगे हुए हैं इस स्कूल के। मिस्टर प्रितपाल सिंह इज द हैड टीचर इन दिस स्कूल, और तीजा मैडम नवकिरण वो भी स्कूल के बतौर ETT टीचर हैं। तो तीनों अध्यापकों के नाल आपां अज गल करांगे और इन्हां दे स्कूल के बारे ही पूछांगे। और ब्रदर मैं जे शुरुआत करा प्रितपाल तो ही, प्रितपाल तुसी अपने बारे बाद च दस्यो, पहले तुसी गुरविंदर नूं इंट्रोड्यूस कराओ कि तुसी गुरविंदर दे बारे की कहना चाहते हो। गुरविंदर सिंह होनी बहुत वधिया टीचर, डेडिकेटेड टीचर है साडे जिले दे, ते काफ़ी जिहड़ियां संस्थावां इन्हां नूं सन्मानित कर चुकीआं वा। 7 वजे इन्हां ने स्कूल जिहदा 8 वजे स्कूल आता, इन्हां ने 7 वजे स्कूल आ जाना। आण के इन्हां ने एक ब्लैक बोर्ड उत्थे रखिया वा जिथे साडी प्रेयर हुंदी आ, उत्थे इन्हां ने आण के वर्ड सेंटेंस लिखने शुरू कर देने आ। ते जिहड़ा भी बच्चा स्कूले आई गया उहनूं बैग रख के उहनूं आखना भी इधर इस साइड ते आ जाओ, ते उन्हां ने बच्चिआं ने उत्थे बैठते जाना वा। ਉਹਦੇ ਵਿੱਚੋਂ 2 ਬੱਚਿਆਂ ਨੇ ਉਹ ਜਿਹੜੇ ਸੈਂਟੈਂਸ ਲਿਖੇ ਸਰ ਨੇ ਜਾਂ ਜੋ ਵਰਡ ਲਿਖੇ ਆ ਉਹ ਬੋਲਣੇ ਸ਼ੁਰੂ ਕਰ ਦੇਣੇ ਆ, ਬਾਕੀਆਂ ਨੇ ਮਗਰ ਬੋਲਣਾ ਸ਼ੁਰੂ ਕਰ ਦੇਣਾ। ਮਤਲਬ 7 ਵਜੇ ਤੋਂ ਹੀ ਸਾਡੇ ਸਕੂਲ ਦੇ ਵਿੱਚ ਪੜ੍ਹਾਈ ਜਿਹੜੀ ਉਹ ਸ਼ੁਰੂ ਹੋ ਜਾਂਦੀ। ਮੈਨੂੰ ਲੱਗਦਾ ਵਾ ਵੀ ਇਹ ਜ਼ਿੰਦਗੀ 'ਚ ਕਦੀ ਰਿਟਾਇਰ ਨਹੀਂ ਹੋਣਗੇ, ਇਹਨਾਂ ਨੇ ਰਿਟਾਇਰਮੈਂਟ ਤੋਂ ਬਾਅਦ ਵੀ ਆਪਣਾ ਕੰਮ। ਪ੍ਰਿਤਪਾਲ ਮੈਂ ਇੱਥੇ ਤੁਹਾਨੂੰ ਥੋੜਾ ਜਿਹਾ ਰੋਕ ਕੇ ਇੱਕ ਗੱਲ ਦੱਸਣੀ ਚਾਹਾਂਗਾ, ਥੋੜਾ ਜਿਹਾ ਮੈਂ ਐਕਸਪਲੇਨ ਵੀ ਕਰਦਾ। ਹਾਂਜੀ ਹਾਂਜੀ। ਮੇਰੀ ਸਮਝ ਮੁਤਾਬਿਕ ਆਈ ਥਿੰਕ ਨੌਕਰੀ ਦੇ ਵਿੱਚ ਗੁਰਵਿੰਦਰ ਤੁਹਾਡੇ ਤੋਂ ਪਹਿਲਾਂ ਆਏ, ਔਰ ਤੁਸੀਂ ਮਤਲਬ ਐਡਮਿਨਿਸਟ੍ਰੇਟਿਵਲੀ ਤੁਸੀਂ ਇੰਚਾਰਜ ਹੋ, ਤੁਸੀਂ ਹੈਡ ਟੀਚਰ ਹੋ। ਗੁਰਵਿੰਦਰ ਨੇ ਆਪਣੀ ਪ੍ਰਮੋਸ਼ਨ ਫੋਰਗੋ ਕੀਤੀ ਹੈ, बट जिथे गुरविंदर दी मैं तारीफ इन्नी सुनी है, तुहाडे तो भी सुनी है, बहुत सारी चीज़ों का मैनूं भी नहीं सी पता। गुरविंदर जी तुसी ये दसो कि तुसी 2 बारी अपने प्रमोशनस फोरगो कीते हैं। हाँ जी। ते तुसी ये अपने प्रमोशनस क्यों फोरगो कीते जबकि जदों तुहानूं ये अपॉर्चुनिटी मिलदी पई सी? एक्चुअली मैं ये रियलाइज किया कि ये अपना जिहड़ा एजुकेशन सिस्टम है ना, एक उस लैडर की तरह एक लैडर की तरह वा कि इत्थे जिवें हुण सर उपर बंदा जाई जांदा ना, प्रमोशन लई जांदा, ਉਹ एक लैडर जिस तरह ग्राउंड तो दूर चली जाती है, इस तरह ग्राउंड तो दूर जाई जाती है। बट ये सारिਆਂ वास्ते लागू नहीं ਹੁੰਦਾ, क्योंकि सर साडे सिस्टम ਦੇ ਵਿੱਚ एक मैं गल नोट की आ कि ਜਦੋਂ ਟੀਚਰਸ ਉੱਪਰ ਜਾਈ ਜਾਂਦੇ ਨਾ, ਉੱਪਰ ਜਾਈ ਜਾਂਦੇ ਸਰ, ਉਹ ਐਡਮਿਨਿਸਟ੍ਰੇਟਰ ਬਣੀ ਜਾਂਦੇ ਆ। ਇਸ ਕਰਕੇ ਸਰ ਬਾਕੀ ਮੇਰਾ ਬੱਚਿਆਂ ਨਾਲ ਇੰਨਾ ਮੋਹ ਪੈ ਗਿਆ ਲਾ ਲਓ, ਜਾਂ ਉਸ ਇਲਾਕੇ ਨਾਲ, ਕਿਉਂਕਿ ਮੈਂ ਇਸੇ ਇਲਾਕੇ ਦਾ ਹੀ ਰਹਿੰਦਾ ਜੀ, ਤੇ ਮੇਰੇ ਆਲੇ ਦੁਆਲੇ ਜਿਹੜੇ 10 ਪਿੰਡ ਵਾ ਉਹ ਜਿੰਨਾ ਮੈਨੂੰ ਰਿਸਪੈਕਟ ਦਿੰਦੇ ਆ, ਕਿਤੇ ਨਾ ਕਿਤੇ ਮੈਂ ਸੈਲਫਿਸ਼ ਹੋ ਗਿਆ ਕਿ ਮੇਰੀ ਇਹ ਰਿਸਪੈਕਟ ਜਿਹੜੀ ਹੈਗੀ ਜੇ ਮੈਂ ਦੂਰ ਚਲ ਗਿਆ, ਕਿਤੇ ਬਾਹਰ ਚਲ ਗਿਆ, ਉਹ ਮੈਂ ਗਵਾ ਦਾਂਗਾ। ਬਟ ਸਰ
ਮੈਨੂੰ ਉਹਨਾਂ ਦਾ ਪਿਆਰ ਤੇ ਬੱਚਿਆਂ ਦਾ ਪਿਆਰ ਜਿਹੜਾ ਵਾ, ਤੇ ਪਲੱਸ ਸਰ ਮੇਰੇ ਜਿਹੜੇ ਟੀਚਰਸ ਵਾ, ਮੇਰੇ ਸਾਥੀ ਅਧਿਆਪਕ ਸਾਰੇ ਹੀ ਸਰ, ਉਹਨਾਂ ਦਾ ਜੋ ਮੈਨੂੰ ਰਿਸਪੈਕਟ ਦਿੰਦੇ, ਮੈਂ ਉਸ ਕਾਬਲ ਨਹੀਂ ਹੈਗਾ। ਤੇ ਸਰ ਇਸ ਕਰਕੇ ਮੈਂ ਡਿਸਾਈਡ ਕੀਤਾ ਕਿ ਹਾਂ ਇੱਥੇ ਹੀ ਇੰਸਟੀਚਿਊਟ ਦੇ ਵਿੱਚ ਜਿੰਨਾ ਚਿਰ ਮੈਨੂੰ ਅਲਾਉ ਕੀਤਾ ਮੈਂ ਇੱਥੇ ਹੀ ਕੰਮ ਜਿਹੜਾ ਹੈਗਾ ਵਾ ਕਰਾਂਗਾ। ਮੈਂ ਜਦੋਂ ਤੁਹਾਡੇ ਸਕੂਲ ਦੇ ਵਿੱਚ ਗਿਆ ਤੇ ਮੈਂ ਇੱਕ ਚੀਜ਼ ਨੋਟ ਕੀਤੀ ਕਿ ਤੁਸੀਂ ਹਮੇਸ਼ਾ ਪ੍ਰੀ ਪ੍ਰਾਇਮਰੀ ਸੈਕਸ਼ਨਸ ਨੂੰ ਪੜ੍ਹਾਉਂਦੇ ਹੋ। ਸਭ ਤੋਂ ਜੋ ਲੋਵੈਸਟ ਕਲਾਸ ਹੈ ਤੁਹਾਡੇ ਸਕੂਲ ਦੇ ਵਿੱਚ ਤੁਸੀਂ ਹਮੇਸ਼ਾ ਉਹਨੂੰ ਪੜ੍ਹਾਉਂਦੇ ਹੋ। ਇਹਦੇ ਪਿੱਛੇ ਤੁਹਾਡਾ ਕੀ ਲੌਜਿਕ ਹੈ? ਤੁਸੀਂ ਕਿਉਂ ਉਸੇ ਕਲਾਸ ਨੂੰ ਪੜ੍ਹਾਉਂਦੇ ਹੋ? ਆਮ ਤੌਰ ਤੇ ਟੀਚਰ ਜੋ ਹੈ ਉਸੇ ਕਲਾਸ ਨੂੰ ਫਿਰ ਕੈਰੀ ਕਰਦੇ ਆ। ਸਰ ਇੱਕ ਨਾ ਆਪਣੇ ਜਦੋਂ ਕਲਾਸ ਵਾਈਜ਼ ਟੀਚਿੰਗ ਹੁੰਦੀ ਨਾ ਕਿ ਉਹ ਸਪੈਸ਼ਲਾਈਜੇਸ਼ਨ ਘਟ ਜਾਂਦੀ ਆ। ਜਿੱਦਾਂ ਪਹਿਲੀ ਨੂੰ ਐਤਕੀ ਪੜ੍ਹਾਇਆ, ਅਗਲੀ ਵਾਰੀ ਦੂਸਰੀ ਨੂੰ, ਉਸ ਤੋਂ ਪਿੱਛੋਂ ਤੀਸਰੀ ਨੂੰ, ਚੌਥੀ ਨੂੰ, ਪੰਜਵੀਂ ਨੂੰ, ਅਗਲੀ ਵਾਰੀ ਇੱਕੋ ਹੀ ਟੀਚਰ ਪੰਜਵੀਂ ਤੱਕ ਚਲ ਗਿਆ। ਉਹਦੀ ਸਪੈਸ਼ਲਾਈਜੇਸ਼ਨ ਤੇ ਹੈਗੀ ਹੁਣ ਫਸਟ ਦੀ ਨਹੀਂ ਰਹਿ ਗਈ ਉਹਦੀ। ਸੋ ਮੈਂ ਇਸ ਕਰਕੇ ਲੈਣਾ ਕਿ ਉਹਦੇ ਵਿੱਚ ਮੈਨੂੰ ਹੁਣ 10-11 ਸਾਲ ਹੋ ਗਿਆ ਕਿ ਆਈ ਹੈਵ ਸਪੈਸ਼ਲਾਈਜ਼ਡ that how to teach, how to handle the first class and how to handle the students who are 6 or 7 years old. Then sir, it is best way to get connected with the parents because ਜਿਹੜੇ ਸਾਰੇ ਛੋਟੇ ਬੱਚੇ ਆ ਨਾ ਸਰ, ਉਹਨਾਂ ਨੂੰ ਪੇਰੈਂਟਸ ਛੱਡਣ ਆਉਂਦੇ ਆ, ਆਪ ਨਾਲ ਆਉਂਦੇ, ਸਵੇਰੇ ਉਹਨਾਂ ਨੂੰ ਛੱਡਣ ਆਉਂਦੇ ਆ ਤੇ ਸ਼ਾਮ ਨੂੰ ਲੈ ਕੇ ਜਾਂਦੇ ਆ। ਸੋ ਉਹਨਾਂ ਨਾਲ ਕਨੈਕਟਡ ਰਹਿਣ ਦਾ ਵੀ ਇੱਕ ਬੜਾ ਵਧੀਆ ਇੱਕ ਸਰ ਇਹ ਮਤਲਬ ਕਿ ਤਰੀਕਾ ਹੈਗਾ ਵਾ। ਤੁਹਾਡੇ ਤੋਂ 1-2 ਸਵਾਲ ਬਾਅਦ ਚ ਪੁੱਛੂੰਗਾ ਗੁਰਵਿੰਦਰ ਮੁੜ ਕੇ। ਪਹਿਲੇ ਮੈਂ ਮੈਡਮ ਨਵਕਰਨ ਬੈਠੇ ਹੈ ਤੁਹਾਡੇ ਨਾਲ ਹੀ, ਤੁਹਾਡੇ ਕੋਲ ਮੈਂ ਇੱਕ ਸਵਾਲ ਪੁੱਛਣਾ ਹੈ ਮੈਡਮ ਤੁਹਾਡੇ। ਮੈਂ ਇੱਕ ਚੀਜ਼ ਇਹ ਵੀ ਨੋਟ ਕੀਤੀ ਹੈ ਕਿ ਤੁਹਾਡੇ ਸਾਰੇ ਟੀਚਰਸ ਨੇ ਵੀ ਤੁਸੀਂ ਯੂਨੀਫਾਰਮ ਆਪਣੀ ਮਤਲਬ ਉਹ ਡਿਸਾਈਡ ਕੀਤੀ ਹੋਈ ਹੈ? all the teachers they also come in the same uniform। ਇਹ ਤੁਸੀਂ ਕਿਸ ਤਰ੍ਹਾਂ ਕੀਤਾ, ਕੀ ਸੋਚ ਕੇ ਕੀਤਾ, ਇਹਦਾ ਕੀ ਫਾਇਦਾ ਹੈ, ਕੀ ਨੁਕਸਾਨ ਹੈ, ਕੀ ਕੋਈ ਰੈਜ਼ਿਸਟੈਂਸ ਹੋਇਆ ਇਹਦੇ ਬਾਰੇ ਤੁਸੀਂ ਕੁਝ ਦੱਸਣਾ ਚਾਹੋਗੇ? ਹਾਂਜੀ ਸਰ, ਕੋਈ ਵੀ ਸਕੂਲ ਦੇ ਵਿੱਚ ਨਵੀਂ ਚੀਜ਼ ਸ਼ੁਰੂ ਕਰਨੀ ਆ ਉਹਦੇ ਵਾਸਤੇ ਪਹਿਲਾਂ ਹੀ ਮੀਟਿੰਗ ਕਰਦੇ ਆ ਸਕੂਲ ਦੇ ਸਟਾਫ ਮੈਂਬਰਸ। ਔਰ ਇਹ ਵੀ ਗੁਰਵਿੰਦਰ ਸਰ ਨੇ ਤੇ ਮੇਰੇ ਦਿਮਾਗ 'ਚ ਆਈ ਸੀ ਕਿ ਯੂਨੀਫਾਰਮ ਹੋਣੀ ਚਾਹੀਦੀ ਆ ਸਾਡੀ, ਕਿ ਸਿੰਪਲ ਹੋਣੇ ਚਾਹੀਦੇ ਆ ਅਸੀਂ ਬਿਲਕੁਲ, ਤੇ ਤਾਂ ਹੀ ਅਸੀਂ ਬੱਚਿਆਂ ਦੇ ਵਿੱਚ ਬਿਲਕੁਲ ਉਹਨਾਂ ਵਾਂਗੂ ਵਿਚਰ ਸਕਾਂਗੇ, ਉਹਨਾਂ ਦੇ ਨਾਲ ਗੱਲ ਕਰ ਸਕਾਂਗੇ, ਉਹਨਾਂ ਨੂੰ ਉਹਨਾਂ ਦੇ ਲੈਵਲ ਤੱਕ ਜਾ ਕੇ ਪੜ੍ਹਾ ਸਕਾਂਗੇ। ਔਰ ਵੇਖੋ ਜਿੰਨੇ ਵੀ ਪ੍ਰੋਫੈਸ਼ਨਲਸ ਨੇ ਉਹਨਾਂ ਦੀਆਂ ਯੂਨੀਫਾਰਮਸ ਹੁੰਦੀਆਂ ਨੇ, ਡਾਕਟਰਸ ਪਹਿਚਾਨ ਹੁੰਦੀ ਹੈ ਉਹਨਾਂ ਦੀ, ਹੈ ਨਾ। ਤੋ ਅਸੀਂ ਸੋਚਦੇ ਹਾਂ ਕਿ ਟੀਚਰਸ ਦੀ ਵੀ ਇੱਕ ਆਪਣੀ ਵੱਖਰੀ ਪਹਿਚਾਨ ਉਹਨਾਂ ਦੀ ਯੂਨੀਫਾਰਮ ਦੇ ਨਾਲ ਹੋਣੀ ਚਾਹੀਦੀ ਹੈ। ਪ੍ਰਿਤਪਾਲ, ਇੱਕ ਚੀਜ਼ ਮੈਂ ਹੋਰ ਨੋਟ ਕੀਤੀ ਸੀ ਤੁਹਾਡੇ ਸਕੂਲ ਦੀ। ਹਾਂਜੀ ਸਰ, ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਐਜ਼ ਅ ਸਕੂਲ ਹੈਡ, ਕੋਈ ਤੁਹਾਡੇ ਸਕੂਲ ਦਾ ਕੋਈ ਕੋਣਾ ਦੇਖ ਲਓ ਇਨਕਲੂਡਿੰਗ ਵਾਸ਼ਰੂਮਸ ਤੇ ਬਿਲਕੁਲ ਇੱਕਦਮ ਨੀਟ ਐਂਡ ਕਲੀਨ, ਇਹ ਤੁਸੀਂ ਕਿਸ ਤਰੀਕੇ ਨਾਲ ਮੈਨੇਜ ਕਰਦੇ? ਸਰ ਮਤਲਬ ਅਸੀਂ ਜਿੰਨੇ ਸਟਾਫ ਮੈਂਬਰ ਆ ਨਾ, ਸਾਰੇ ਅਸੀਂ ਇਸ ਚੀਜ਼ ਨੂੰ ਲੈ ਕੇ ਚੱਲਦੇ ਹਾਂ। ਮਤਲਬ ਇਹ ਨਹੀਂ ਵੀ ਮੇਰੀ ਜ਼ਿੰਮੇਵਾਰੀ ਆ ਮੈਂ ਸਵੇਰੇ ਆਉਣਾ ਵਾ ਆ ਕੇ ਵਾਸ਼ਰੂਮ ਵਗੈਰਾ ਸਾਫ਼ ਕਰਾਉਣੇ ਆ। ਜਿਹੜਾ ਵੀ ਟੀਚਰ ਆ ਗਿਆ ਉਹਨੇ ਜੇ ਕਿਸੇ ਕੋਈ ਵਾਸ਼ਰੂਮ 'ਚ ਕੋਈ ਗਲਤੀ ਆ ਜਾਂ ਕਿ ਕਲਾਸਰੂਮ 'ਚ ਕੋਈ ਚੀਜ਼ ਦੀ ਘਾਟ ਆ, ਉਹਨਾਂ ਨੇ ਆਪਣੇ ਲੈਵਲ ਤੇ ਉਹਨਾਂ ਨੇ ਹਰ ਟੀਚਰ ਨੇ ਆਪਣੀ ਜ਼ਿੰਮੇਵਾਰੀ ਦੇ ਨਾਲ ਉਹਨੂੰ ਰਿਮੂਵ ਕਰਨਾ ਵਾ ਉਹਨੂੰ। ਮਤਲਬ ਇਹੋ ਹੀ ਸਾਡਾ ਫੰਡਾ ਜੀ। ਮਤਲਬ ਅਸੀਂ ਸਾਰੇ ਜਿਹੜੇ ਸਾਡੇ ਹੈਗੇ ਆ ਸਟਾਫ ਮੈਂਬਰਸ, ਉਹ ਆਪਣੀ ਜ਼ਿੰਮੇਵਾਰੀ ਸਮਝਦੇ ਇਸ ਚੀਜ਼ ਨੂੰ। ਇੱਕ ਜੋ ਜਨਰਲ ਮੈਨੇਜਮੈਂਟ ਹੈ ਤੁਹਾਡੀ ਇੱਕ ਲੀਡਰਸ਼ਿਪ ਹੈ ਐਂਡ ਯੂ ਆਲ ਗੈਟ ਇਨਸਪਾਇਰਡ ਫਰਮ ਈਚ ਅਦਰ। ਤੁਸੀਂ ਗੁਰਵਿੰਦਰ ਤੁਹਾਡੀ ਤਾਰੀਫ ਕਰਦੇ ਨਹੀਂ ਥੱਕਦੇ, ਤੁਸੀਂ ਗੁਰਵਿੰਦਰ ਦੀ ਤਾਰੀਫ ਕਰਦੇ ਨਹੀਂ ਥੱਕਦੇ। ਦਿਸ ਇਜ਼ ਅ ਵੈਰੀ ਗੁੱਡ ਥਿੰਗ, ਬਹੁਤ ਚੰਗੀ ਗੱਲ ਹੈ। ਔਰ ਜੋ CSTs और STs ਹੈ ਤੁਹਾਡੇ ਸਕੂਲ 'ਚ ਜਾ ਕੇ ਆਏ ਹੈ, ਤੁਹਾਡੇ ਤੋਂ ਇਹ ਚੀਜ਼ਾਂ ਵੀ ਬਹੁਤ ਸਿੱਖ ਕੇ ਆਏ ਹੈ। ਸੋ ਆਈ ਐਮ ਵੈਰੀ ਹੈਪੀ ਟੂ ਸ਼ੇਅਰ ਇਟ ਵਿਦ ਯੂ ਐਂਡ ਟੂ ਕਨਵੇ ਔਨ देयर ਬਿਹਾਫ। ਮੈਂ ਕਮਿੰਗ ਬੈਕ ਟੂ ਗੁਰਵਿੰਦਰ, ਤੁਹਾਡੇ ਸਕੂਲ ਦੀ ਮੈਨੂੰ ਇੱਕ ਚੀਜ਼ ਦੱਸੋ, ਤੁਸੀਂ ਇੰਗਲਿਸ਼ ਮੀਡੀਅਮ ਚਾਲੂ ਕੀਤਾ ਹੋਇਆ ਹੈ ਔਰ ਇਸ ਇੰਗਲਿਸ਼ ਮੀਡੀਅਮ ਦੀ ਵਜ੍ਹਾ ਨਾਲ ਤੁਸੀਂ ਪਤਾ ਨਹੀਂ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਨਹੀਂ ਮੰਨਦੇ ਹੋ, ਪਰ ਮੇਰੀ ਅਸੈਸਮੈਂਟ ਹੈ ਕਿ ਤੁਹਾਡੇ ਸਕੂਲ ਦੇ ਵਿੱਚ ਜੋ ਇਨਰੋਲਮੈਂਟ ਵੱਧ ਰਹੀ ਹੈ, ਜਿਵੇਂ ਤੁਸੀਂ ਆਪ ਕਿਹਾ 8 ਜਾਂ 10 ਪਿੰਡਾਂ ਦੇ ਬੱਚੇ ਆਉਂਦੇ ਹੈ, ਉਹ ਤੇ ਵੀ ਆਉਂਦੇ ਹੈ। ਸਵੇਰੇ ਮੈਂ ਵੀ ਦੇਖਿਆ ਬੱਚੇ ਆਉਂਦੇ ਪਏ ਸੀ, ਪੈਰੈਂਟਸ ਵੀ ਛੱਡ ਕੇ ਜਾਂਦੇ ਹੈ।
ਕੋਈ ਆਪਣੀ ਗੱਡੀ ਤੇ ਛੱਡ ਕੇ ਜਾਂਦਾ ਹੈ, ਕੋਈ ਮੋਟਰਸਾਈਕਲ ਤੇ ਛੱਡ ਕੇ ਜਾਂਦਾ ਹੈ, ਕੋਈ ਸਕੂਟਰ ਤੇ ਛੱਡ ਕੇ ਜਾਂਦਾ ਹੈ। ਇੰਗਲਿਸ਼ ਮੀਡੀਅਮ ਤੁਹਾਨੂੰ ਲੱਗਦਾ ਹੈ ਕਿ ਇੰਗਲਿਸ਼ ਮੀਡੀਅਮ ਇੱਕ ਅਟਰੈਕਸ਼ਨ ਹੈ? ਔਰ ਜੇ ਇੰਗਲਿਸ਼ ਮੀਡੀਅਮ ਅਟਰੈਕਸ਼ਨ ਹੈ ਤੇ ਤੁਸੀਂ ਇੰਗਲਿਸ਼ ਮੀਡੀਅਮ ਸਟਾਰਟ ਕੀਤਾ ਹੋਇਆ ਜਸਟ ਲਾਈਕ ਅ ਪਬਲਿਕ ਸਕੂਲ, ਬਿਲਕੁਲ ਉਸੇ ਤਰੀਕੇ ਨਾਲ ਤੁਸੀਂ ਇਹਨੂੰ ਇਹ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਮੈਨੇਜ ਕਰ ਰਹੇ ਹੋ ਕੀਤਾ ਹੈ? ਤੁਸੀਂ ਇਹਦੇ ਬਾਰੇ ਥੋੜਾ ਸਾ ਦੱਸੋ ਕਿ ਹਾਊ ਡਿਡ ਯੂ ਮੈਨੇਜ ਐਂਡ ਹਾਊ ਡਿਡ ਯੂ ਸਟਾਰਟ? ਇੰਗਲਿਸ਼ ਮੀਡੀਅਮ ਅੱਜ ਕੱਲ੍ਹ ਭਾਵੇਂ ਉਹ ਪੇਰੈਂਟਸ ਗਰੀਬ ਨੇ, ਜਿਵੇਂ ਨੇ, ਉਹਨਾਂ ਦੇ ਇੱਕ ਡਰੀਮ ਹੈ ਕਿ ਸਾਡਾ ਬੱਚਾ ਵਧੀਆ ਪੜ੍ਹੇ, ਅਤੇ ਉਹਦੇ ਵਿੱਚ ਇੰਗਲਿਸ਼ ਮੀਡੀਅਮ plays a very important role in terms of their knowledge and in terms of our school's strength. Her bath and went to the temple, situated in our street. After her prayers, she come back home. She fed the sparrows on the top floor of your. ਅਸੀਂ ਜਦੋਂ ਇੰਗਲਿਸ਼ ਮੀਡੀਅਮ ਸ਼ੁਰੂ ਕੀਤਾ, ਸਾਨੂੰ ਸਰ ਇੱਕ ਨਾ ਸਮੱਸਿਆ ਆ ਰਹੀ ਸੀ ਕਿ ਜਦੋਂ ਸਾਰੇ ਪੇਰੈਂਟਸ ਚਾਹੁੰਦੇ ਆ ਕਿ ਉਹਨਾਂ ਦੇ ਬੱਚੇ ਇੰਗਲਿਸ਼ ਦੇ ਵਿੱਚ, ਅੰਗਰੇਜ਼ੀ ਦੇ ਵਿੱਚ ਫਲੂਐਂਟ ਹੋਣ। ਜਦੋਂ ਅਸੀਂ ਇੰਗਲਿਸ਼ ਨੂੰ ਇਕੱਲਾ ਇੱਕ ਸਬਜੈਕਟ ਵਜੋਂ ਪੜ੍ਹਾਉਂਦੇ ਹਾਂ ਤੇ ਅੰਗਰੇਜ਼ੀ ਦੇ ਵਿੱਚ ਬੱਚਿਆਂ ਦੀ ਫਲੂਐਂਸੀ ਨਹੀਂ ਆਉਂਦੀ। ਸਾਰਾ ਦਿਨ ਜਿਹੜਾ ਇੱਕ ਸਬਜੈਕਟ ਸਰ ਦੂਸਰੇ ਸਬਜੈਕਟ ਨੂੰ ਕੰਪਲੀਮੈਂਟ ਕਰਦਾ। ਜਦੋਂ ਅਸੀਂ EVS ਨੂੰ ਇੰਗਲਿਸ਼ ਦੇ ਵਿੱਚ ਪੜ੍ਹਾਵਾਂਗੇ ਤਾਂ ਉੱਥੇ ਜਿੱਥੇ ਉਹਨਾਂ ਦੀ EVS ਦੇ ਨਾਲ ਮਤਲਬ ਵਧੀਆ ਤਰੀਕੇ ਨਾਲ ਪੜ੍ਹਨਗੇ, ਉੱਥੇ ਉਹਨਾਂ ਦੀ ਇੰਗਲਿਸ਼ ਵੀ ਜਿਹੜੀ ਇੰਪਰੂਵ ਹੋਵੇਗੀ। ਜਦੋਂ ਮੈਥਮੈਟਿਕਸ ਇੰਗਲਿਸ਼ ਮੀਡੀਅਮ ਦੇ ਵਿੱਚ ਬੱਚੇ ਪੜ੍ਹਦੇ ਆ ਤੇ ਉਹ ਵੀ ਇੰਗਲਿਸ਼ ਨੂੰ ਉਹਨਾਂ ਦੀ ਸਬਜੈਕਟ ਵਜੋਂ ਜਿਹੜਾ ਹੈਗਾ ਵਾ ਕੰਪਲੀਮੈਂਟਸ ਕਰਦਾ ਵਾ। I am well dressed. I am not lucky. I am blessed. Respected teachers and my dear friends, a very good morning to all of you. ਬਹੁਤ ਬੜਿਆ ਗੁਰਵਿੰਦਰ, ਮੈਂ ਦੇਖਿਆ ਉੱਥੇ ਪਿੰਡ ਦੇ ਲੋਕ ਵੀ ਬੜਾ ਸਪੋਰਟ ਕਰਦੇ ਹਨ, ਕਿਉਂਕਿ ਜਦੋਂ CSTs ਔਰ STs ਦੀ ਟ੍ਰੇਨਿੰਗ ਸੀਗੀ ਤੁਹਾਡੇ ਸਕੂਲ ਦੇ ਵਿੱਚ, ਇੱਕ ਦਿਨ ਦਾ ਅਸੀਂ ਅਟੈਚਮੈਂਟ ਲਗਾਇਆ ਸੀ, ਉਸ ਵੇਲੇ ਪਿੰਡ ਦੇ ਲੋਕਾਂ ਦਾ ਵੀ ਬੜਾ ਪੂਰਾ ਸਹਿਯੋਗ ਸੀਗਾ। ਤੋ ਥੈਂਕ ਯੂ ਵੈਰੀ ਮਚ ਤੁਹਾਡਾ ਸਾਰਿਆਂ ਦਾ। ਥੈਂਕ ਯੂ ਸਰ। ਐਂਡ ਵੀ ਦੀ ਡਿਪਾਰਟਮੈਂਟ ਫੀਲ ਪ੍ਰਾਊਡ ਆਫ ਯੂ। ਤੁਸੀਂ ਆਪਣੇ ਉਪਰਾਲਿਆਂ ਕਰਕੇ ਹੀ ਇਸ ਸਕੂਲ ਨੂੰ ਇੰਨਾ ਵਧੀਆ ਚਲਾ ਰਹੇ ਹੋ, ਜਿਹਦੇ ਵਿੱਚ ਵਿਭਾਗ ਦਾ ਬਹੁਤ ਵੱਡਾ ਨਾਮ ਹੈ। ਔਰ ਕੁਆਲਿਟੀ ਐਜੂਕੇਸ਼ਨ ਜੇ ਮੈਨੂੰ ਕੋਈ ਪੁੱਛੇ ਤੇ ਤੁਹਾਡੇ ਸਾਰੀ ਚੀਜ਼ਾਂ ਤੁਹਾਡੇ ਤੋਂ ਚਲੀਆਂ, ਤੁਹਾਡੀ ਕੁਆਲਿਟੀ ਐਜੂਕੇਸ਼ਨ। ਹੌਲੀ ਹੌਲੀ ਬਾਕੀ ਸਾਰੀ ਚੀਜ਼ਾਂ ਉਹਨੂੰ ਸਾਰੀਆਂ ਚੀਜ਼ਾਂ ਨੂੰ ਮਤਲਬ ਫੋਲੋ ਹੋਈਆਂ। ਸਭ ਤੋਂ ਪਹਿਲਾਂ ਜੋ ਚੀਜ਼ ਹੈ ਉਹ ਤੁਹਾਡੀ ਕੁਆਲਿਟੀ ਐਜੂਕੇਸ਼ਨ ਦੀ ਰਹੀ ਹੈ। ਔਰ ਉਸ ਕੁਆਲਿਟੀ ਐਜੂਕੇਸ਼ਨ ਤੋਂ ਬਾਅਦ ਜੋ ਪਿੰਡ ਦੀ ਸਪੋਰਟ ਹੋਏ ਜਾਂ ਹੋਰ ਕੋਈ ਚੀਜ਼ ਹੋਏ, ਬੜੀ ਬਾਰੀਕ ਚੀਜ਼ਾਂ ਤੁਸੀਂ ਸਟਾਰਟ ਕੀਤਾ ਹੈ। ਸੋ ਜਿੰਨਾ ਕੁ ਅਸੀਂ ਤੁਹਾਡੇ ਸਕੂਲ ਨੂੰ ਮਤਲਬ ਉਹ ਰਨ ਕੀਤਾ ਹੈ। ਐਂਡ ਆਈ ਵਿਸ਼ ਕਿ ਤੁਸੀਂ ਆਲਰੇਡੀ ਬਹੁਤ ਸਾਰੇ ਅਧਿਆਪਕਾਂ ਦੇ ਲਈ ਅਧਿਆਪਕਾਂ ਦੇ ਲਈ ਆਪਣੇ ਵਿਭਾਗ ਦੇ ਉਹਨਾਂ ਦੇ ਲਈ ਇੱਕ ਮੋਟੀਵੇਸ਼ਨ ਹੋ। ਤੁਹਾਡਾ ਸਕੂਲ ਇੱਕ ਰੋਲ ਮਾਡਲ ਹੈ, ਨਾ ਸਿਰਫ ਇੱਕ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਰ ਪੂਰੀ ਸਟੇਟ ਦੇ ਵਿੱਚ। ਮੈਂ ਉਮੀਦ ਕਰਦਾ, ਮੈਨੂੰ ਪੂਰਾ ਵਿਸ਼ਵਾਸ ਵੀ ਹੈ ਕਿ ਤੁਹਾਡੇ ਇਸ ਅੱਜ ਦੇ ਇੰਟਰਵਿਊ ਤੋਂ ਵੀ ਬਹੁਤ ਸਾਰੇ ਲੋਕ ਮੋਟੀਵੇਟ ਹੋਣਗੇ ਔਰ ਬਹੁਤ ਸਾਰੇ ਸਕੂਲ, ਬਹੁਤ ਸਾਰੇ ਅਧਿਆਪਕ ਔਰ ਅੱਗੇ ਆਉਣਗੇ ਔਰ ਵੀ ਬਿਹਤਰ ਕਰਨਗੇ। ਸੋ ਥੈਂਕ ਯੂ ਵੈਰੀ ਮਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।